ਇੱਕ ਸਮੇਂ ਦੀ ਗੱਲ ਹੈ। ਜੰਗਲ ਵਿੱਚ ਇੱਕ ਨਿੱਕੇ ਜਿਹੇ ਘਰ ਵਿੱਚ ਮਦਰ ਗੋਟ ਅਤੇ ਉਹਨਾਂ ਦੀਆਂ ਪਿਆਰੀਆਂ ਲਿਟਲ ਗੋਟਸ ਮौज ਮਸਤੀ ਨਾਲ ਰਹਿੰਦੀਆਂ ਸੀ। ਲਿਟਲ ਗੋਟਸ ਬਹੁਤ ਪਿਆਰੀਆਂ ਲੱਗਦੀਆਂ ਸੀ, ਖਿਡੌਣਿਆਂ ਵਰਗੀਆਂ, ਸਾਰੀਆਂ ਮਾਵਾਂ ਦੀ ਤਰ੍ਹਾਂ। ਮਦਰ ਗੋਟ ਵੀ ਆਪਣੇ ਜਵਾਕਾਂ ਨਾਲ ਬਹੁਤ ਪਿਆਰ ਕਰਦੀ ਸੀ। ਉਹ ਸਾਰੇ ਜੰਗਲੀ ਜਾਨਵਰਾਂ ਤੋਂ ਉਹਨਾਂ ਦੀ ਰੱਖਿਆ ਕਰਦੀ ਸੀ। ਇੱਕ ਦਿਨ ਖਾਣਾ ਲੱਭਣ ਬਾਹਰ ਜਾਣ ਤੋਂ ਪਹਿਲਾਂ ਉਹਨੇ ਆਪਣੀ ਲਿਟਲ ਗੋਟਸ ਨੂੰ ਕੋਲ ਬੁਲਾਇਆ ਅਤੇ ਕਿਹਾ, ਮੇਰੇ ਪਿਆਰੇ ਜਵਾਕੋ, ਮੈਂ ਜੰਗਲ ਵਿੱਚ ਜਾ ਰਹੀ ਹਾਂ। ਕਿਸੇ ਲਈ ਵੀ ਬੂਹਾ ਨਾ ਖੋਲਣਾ। ਜੇ ਭੇੜੀਆ ਅੰਦਰ ਆ ਗਿਆ ਤਾਂ ਸਾਨੂੰ ਸਾਰਿਆਂ ਨੂੰ ਖਾ ਜਾਵੇਗਾ। ਉਹ ਭੇਸ ਬਦਲ ਕੇ ਤੁਹਾਨੂੰ ਠੱਗਣਾ ਚਾਹੇਗਾ। ਪਰ ਅਸੀਂ ਉਹਨੂੰ ਪਛਾਣਾਂਗੇ ਕਿਵੇਂ? ਭੇੜੀਏ ਦੀ ਆਵਾਜ਼ ਬਹੁਤ ਰੁੱਖੀ ਹੈ ਅਤੇ ਮੇਰੀ ਆਵਾਜ਼ ਬਹੁਤ ਮਿੱਠੀ। ਰੁੱਖੀ ਆਵਾਜ਼ ਸੁਣ ਕੇ ਤੁਸੀਂ ਸਮਝ ਜਾਣਾ ਕਿ ਉਹ ਭੇੜੀਆ ਹੀ ਹੈ। ਇਹ ਬੋਲ ਕੇ ਨਿਕਲਦੇ ਸਮੇਂ ਮਦਰ ਗੋਟ ਨੂੰ ਕੁਝ ਯਾਦ ਆਇਆ ਅਤੇ ਉਹਨੇ ਮੁੜ ਕੇ ਕਿਹਾ, ਇੱਕ ਹੋਰ ਗੱਲ, ਭੇੜੀਏ ਦੇ ਪੈਰ ਕਾਲੇ ਨੇ ਅਤੇ ਮੇਰੇ ਚਿੱਟੇ, ਤੇ ਤੁਸੀਂ ਪੈਰ ਵੇਖ ਕੇ ਵੀ ਪਛਾਣ ਸਕਦੇ ਹੋ। ਡੋਂਟ ਵਰੀ ਮੰਮੀ, ਅਸੀਂ ਵੱਡੇ ਹੋ ਗਏ ਹਾਂ, ਅਸੀਂ ਸਾਂਭ ਲਵਾਂਗੇ। ਮਦਰ ਗੋਟ ਨੇ ਇੱਕ ਕਰਕੇ ਆਪਣੇ ਸਾਰੇ ਜਵਾਕਾਂ ਨੂੰ ਚੁੰਮਿਆ ਅਤੇ ਫੇਰ ਜੰਗਲ ਵੱਲ ਤੁਰ ਪਈ। ਭੇੜੀਆ ਇਹ ਸਭ ਕੁਝ ਵੇਖ ਰਿਹਾ ਸੀ ਦੂਰੋਂ। ਮਦਰ ਗੋਟ ਦੇ ਜਾਣ ਪਿੱਛੋਂ ਉਹ ਥੋੜੀ ਦੇਰ ਹੋਰ ਰੁਕਿਆ ਅਤੇ ਫਿਰ ਉਹਨਾਂ ਦੇ ਘਰ ਪਹੁੰਚ ਕੇ ਬੂਹੇ ਤੇ ਨੌਕ ਕਰਨ ਲੱਗ ਪਿਆ। ਕੌਣ ਹੈ ਉੱਥੇ? मेरे प्यारे बच्चों, चलो दरवाजा खोलो। ਵੇਖੋ ਤੁਹਾਡੀ ਮੰਮੀ ਤੁਹਾਡੇ ਲਈ ਖਾਣਾ ਲੈ ਕੇ ਆਈ ਹੈ। ਪਰ ਲਿਟਲ ਗੋਟਸ ਨੇ ਭੇੜੀਏ ਦੀ ਭਾਰੀ ਆਵਾਜ਼ ਪਛਾਣ ਲਈ। ਬੂਹੇ ਦੇ ਦੂਜੇ ਪਾਸਿਓਂ ਉਹ ਸਭ ਚਿল্ਲਾਏ, ਤੁਸੀਂ ਸਾਡੀ ਮੰਮੀ ਨਹੀਂ ਹੋ। ਉਹਨਾਂ ਦੀ ਆਵਾਜ਼ ਬਹੁਤ ਪਿਆਰੀ ਅਤੇ ਮਿੱਠੀ ਹੈ। ਤੂੰ ਸਾਨੂੰ ਬੁੱਧੂ ਨਹੀਂ ਬਣਾ ਸਕਦਾ ਭੇੜੀਏ। ਭੇੜੀਏ ਨੂੰ ਬਹੁਤ ਗੁੱਸਾ ਆਇਆ ਕਿਉਂਕਿ ਉਹ ਲਿਟਲ ਗੋਟਸ ਨੂੰ ਠੱਗ ਨਹੀਂ ਸਕਿਆ ਤੇ ਉਹਨੇ ਇੱਕ ਚੌਕ ਦਾ ਪੀਸ ਖਾ ਲਿੱਤਾ। ਹੁਣ ਉਹਦੀ ਆਵਾਜ਼ ਭੋਰਾ ਮਿੱਠੀ ਹੋ ਗਈ ਤੇ ਉਹ ਫੇਰ ਉਹਨਾਂ ਦੇ ਘਰ ਗਿਆ ਅਤੇ ਨੌਕ ਕੀਤਾ। ਇਸ ਵਾਰੀ ਭੇੜੀਏ ਨੇ ਆਪਣੀ ਮਿੱਠੀ ਆਵਾਜ਼ ਵਿੱਚ ਗੱਲ ਕੀਤੀ, ਮੇਰੇ ਪਿਆਰੇ ਬੱਚੋ, ਦਰਵਾਜ਼ਾ ਖੋਲੋ। ਮੈਂ ਤੁਹਾਡੀ ਮੰਮੀ ਆ। ਮੈਂ ਸਾਰਿਆਂ ਦੇ ਲਈ ਖਾਣਾ ਲੈ ਕੇ ਆਈ ਆ। ਇਸ ਬਾਰੇ ਮਿੱਠੀ ਆਵਾਜ਼ ਸੁਣ ਕੇ ਲਿਟਲ ਗੋਟਸ ਨੂੰ ਲੱਗਿਆ ਕਿ ਇਹ ਉਹਨਾਂ ਦੀ ਮੰਮੀ ਹੀ ਹੈ। ਬੂਹਾ ਖੋਲਣ ਹੀ ਵਾਲੇ ਸੀ ਕਿ ਉਹਨਾਂ ਵਿੱਚੋਂ ਇੱਕ ਚਿল্ਲਾਇਆ, ਰੁਕੋ ਰੁਕੋ, ਪਹਿਲਾਂ ਬੂਹੇ ਥੱਲੋਂ ਪੈਰ ਵੇਖਦੇ ਹਾਂ। ਜਦੋਂ ਉਹਨਾਂ ਨੇ ਵੇਖਿਆ ਤਾਂ ਭੇੜੀਏ ਦੇ ਕਾਲੇ ਪੈਰ ਦਿਸੇ ਅਤੇ ਉਹ ਸਾਰੇ ਚਿল্ਲਾਣ ਲੱਗ ਪਏ, ਅਸੀਂ ਬੂਹਾ ਨਹੀਂ ਖੋਲਾਂਗੇ। ਮੰਮੀ ਦੇ ਪੈਰ ਕਾਲੇ ਨਹੀਂ ਨੇ, ਉਹਨਾਂ ਦੇ ਪੈਰ ਚਿੱਟੇ ਨੇ। ਤੁਸੀਂ ਭੇੜੀਆ ਹੋ। ਆਪਣਾ ਗੁੱਸਾ ਪੀ ਕੇ ਭੇੜੀਆ ਉੱਥੋਂ ਨਿਕਲਿਆ। ਹੁਣ ਉਹ ਬੇਕਰੀ ਗਿਆ। ਬੇਕਰ ਭੇੜੀਏ ਨੂੰ ਵੇਖ ਕੇ ਹੈਰਾਨ ਰਹਿ ਗਿਆ। ਮੈਂ ਹੁਣ ਸ਼ਾਕਾਹਾਰੀ ਹੋ ਗਿਆ ਹਾਂ। ਹੁਣ ਤੋਂ ਪੈਸਟਰੀ ਖਾਵਾਂਗਾ। ਥੋੜਾ ਆਟਾ ਦਿਓਗੇ? ਭੇੜੀਆ ਬੇਕਰੀ ਤੋਂ ਆਟਾ ਲੈ ਕੇ ਨਿਕਲਿਆ। ਘਰ ਦੇ ਨੇੜੇ ਆ ਕੇ ਆਟਾ ਉਹਨੇ ਆਪਣੇ ਪੈਰਾਂ ਤੇ ਮਲ ਲਿਆ। ਹੁਣ ਉਹਦੇ ਪੈਰ ਚਿੱਟੇ ਹੋ ਗਏ। ਹੁਣ ਤੀਜੀ ਵਾਰੀ ਚਲਾਕ ਭੇੜੀਏ ਨੇ ਬੂਹੇ ਉੱਤੇ ਨੌਕ ਕੀਤਾ, ਮੇਰੇ ਪਿਆਰੇ ਬੱਚੋ, ਦਰਵਾਜ਼ਾ ਖੋਲੋ। ਮੈਂ ਤੁਹਾਡੀ ਮੰਮੀ ਆ। ਮੈਂ ਸਾਰਿਆਂ ਦੇ ਲਈ ਖਾਣਾ ਲੈ ਕੇ ਆਈ ਆ। ਪਹਿਲਾਂ ਪੈਰ ਵਿਖਾਓ, ਤਾਂ ਹੀ ਪਤਾ ਚੱਲੇ ਕਿ ਤੁਸੀਂ ਮੰਮੀ ਹੀ ਹੋ। ਭੇੜੀਏ ਨੇ ਉਹਨਾਂ ਨੂੰ ਆਟੇ ਨਾਲ ਚਿੱਟੇ ਕੀਤੇ ਹੋਏ ਪੈਰ ਵਿਖਾਏ। ਜਦੋਂ ਲਿਟਲ ਗੋਟਸ ਨੇ ਚਿੱਟੇ ਪੈਰ ਵੇਖੇ ਤਾਂ ਉਹਨਾਂ ਨੇ ਸਮਝਿਆ ਕਿ ਉਹਨਾਂ ਦੀ ਮਾਂ ਹੈ ਅਤੇ ਬੂਹਾ ਖੋਲ ਦਿੱਤਾ। ਫੇਰ ਕੀ, ਉਹਨਾਂ ਦੇ ਸਾਹਮਣੇ ਸੀ ਭੇੜੀਆ। ਲਿਟਲ ਗੋਟਸ ਡਰ ਗਏ ਸੀ ਅਤੇ ਘਬਰਾ ਕੇ ਚਿল্ਲਾਣ ਲੱਗੇ, ਕਿੱਥੇ ਭੱਜੋਗੇ? ਮੈਂ ਫੜ ਹੀ ਲਵਾਂਗਾ। ਇੱਕ ਜਵਾਕ ਟੇਬਲ ਦੇ ਥੱਲੇ ਲੁਕ ਗਿਆ, ਦੂਜਾ ਬਿਸਤਰੇ ਵਿੱਚ, ਤੀਜਾ ਚਿਮਨੀ ਵਿੱਚ ਗਿਆ ਅਤੇ ਚੌਥਾ ਕਿਚਨ ਵਿੱਚ ਜਾ ਕੇ ਲੁਕ ਗਿਆ। ਪੰਜਵਾਂ ਅਲਮਾਰੀ ਵਿੱਚ ਜਾ ਕੇ ਬਹਿ ਗਿਆ, ਛੇਵਾਂ ਪਰਦੇ ਦੇ ਪਿੱਛੇ ਅਤੇ ਸੱਤਵਾਂ ਘੜੀ ਦੇ ਅੰਦਰ। ਪਰ ਭੇੜੀਆ ਚਲਾਕ ਸੀ ਅਤੇ ਸਾਰਿਆਂ ਨੂੰ ਉਹਨੇ ਇੱਕ ਕਰਕੇ ਖੜ ਜਾਓ। ਫੜ ਲਿਆ। ਇੱਥੇ ਆਓ, ਮੈਂ ਤੁਹਾਨੂੰ ਛੱਡਾਂਗਾ ਨਹੀਂ। ਖੜ ਜਾਓ।
ਸਿਰਫ ਘੜੀ ਵਿੱਚ ਲੁਕਣ ਵਾਲੇ ਨੂੰ ਉਹ ਫੜ ਨਹੀਂ ਸਕਿਆ। ਉਹਦਾ ਢਿੱਡ ਭਰ ਚੁੱਕਿਆ ਸੀ। ਇਸ ਕਰਕੇ ਉਹਨੇ ਜ਼ਿਆਦਾ ਸੋਚਿਆ ਨਹੀਂ ਅਤੇ ਉੱਥੋਂ ਨਿਕਲ ਗਿਆ। ਉੱਥੇ ਇੱਕ ਵੱਡਾ ਮੈਦਾਨ ਸੀ ਜਿੱਥੇ ਇੱਕ ਪੇੜ ਦੇ ਥੱਲੇ ਉਹ ਨੱਕ ਵਜਾ ਕੇ ਸੌਣ ਲੱਗਿਆ। ਥੋੜੀ ਦੇਰ ਬਾਅਦ ਮਦਰ ਗੋਟ ਘਰ ਪਹੁੰਚੀ। ਬੂਹਾ ਖੁੱਲਾ ਵੇਖ ਕੇ ਸਮਝ ਗਈ ਕਿ ਕੁਝ ਹੋਇਆ ਹੈ ਅਤੇ ਉਹ ਚਿল্ਲਾਣ ਲੱਗੀ, ਮੇਰੇ ਜਵਾਕ। ਘਰ ਵਿੱਚ ਆਂਦੇ ਹੀ ਉਹ ਘਬਰਾ ਗਈ। ਸਾਰਾ ਫਰਨੀਚਰ ਡਿੱਗਿਆ ਹੋਇਆ ਸੀ, ਪਰਦੇ ਫਟੇ ਹੋਏ, ਬਿਸਤਰਾ ਖਿਲਰਿਆ ਹੋਇਆ ਸੀ, ਸਰਾਣਾ ਅਤੇ ਚਾਦਰ ਇੱਧਰ ਉੱਧਰ ਪਈ ਸੀ। ਮਦਰ ਗੋਟ ਆਪਣੇ ਜਵਾਕਾਂ ਨੂੰ ਕਿਤੇ ਨਹੀਂ ਲੱਭ ਸਕੀ। ਇੱਕ ਇੱਕ ਕਰਕੇ ਉਹਨੇ ਨਾਂ ਲੈ ਕੇ ਵੀ ਸੱਦਿਆ, ਪਰ ਕੋਈ ਨਹੀਂ ਮਿਲਿਆ। ਫਿਰ ਉਹਨੇ 7ਵੇਂ ਦਾ ਨਾਂ ਸੱਦਿਆ ਤਾਂ ਇੱਕ ਆਵਾਜ਼ ਆਈ, ਮੈਂ ਘੜੀ ਦੇ ਅੰਦਰ ਹਾਂ ਮੰਮੀ। ਮਦਰ ਗੋਟ ਛੇਤੀ ਘੜੀ ਕੋਲ ਪਹੁੰਚੀ, ਜਵਾਕ ਨੂੰ ਬਾਹਰ ਕੱਢਿਆ ਅਤੇ ਗਲੇ ਨਾਲ ਲਾਇਆ। ਲਿਟਲ ਗੋਟ ਨੇ ਸਾਰੀ ਕਹਾਣੀ ਆਪਣੀ ਮਾਂ ਨੂੰ ਦੱਸੀ। ਭੇੜੀਆ ਆਇਆ ਸੀ, ਭੇਸ ਬਦਲ ਕੇ ਅਤੇ ਸਾਨੂੰ ਲੱਗਿਆ ਤੁਸੀਂ ਹੋ। ਉਹ ਮੇਰੇ ਸਾਰੇ ਭਰਾਵਾਂ ਨੂੰ ਖਾ ਗਿਆ। ਮਦਰ ਗੋਟ ਨੂੰ ਬਹੁਤ ਬੁਰਾ ਲੱਗਿਆ। ਉਹ ਬਹੁਤ ਰੋਈ ਆਪਣੇ ਜਵਾਕਾਂ ਵਾਸਤੇ। ਆਪਣੇ ਸਿਰਫ ਇੱਕ ਜਵਾਕ ਨਾਲ ਉਹ ਘਰ ਤੋਂ ਬਾਹਰ ਨਿਕਲੀ ਤਾਂ ਹੀ ਉਹਨਾਂ ਨੂੰ ਭੇੜੀਆ ਸੁੱਤਾ ਹੋਇਆ ਦਿਸਿਆ। ਉਹਦਾ ਨੱਕ ਇੰਨੀ ਤੇਜ਼ ਵੱਜ ਰਿਹਾ ਸੀ ਕਿ ਪੇੜ ਦੇ ਪੱਤੇ ਵੀ ਹਿੱਲ ਰਹੇ ਸੀ। ਮਦਰ ਗੋਟ ਭੇੜੀਏ ਨੂੰ ਥੋੜੀ ਦੇਰ ਵੇਖਦੀ ਰਹੀ। ਉਹਨੇ ਵੇਖਿਆ ਕਿ ਉਹਦੇ ਢਿੱਡ ਦੇ ਅੰਦਰ ਕੁਝ ਹਿੱਲ ਰਿਹਾ ਹੈ। ਹਾਏ ਰੱਬਾ, ਲੱਗਦਾ ਹੈ ਮੇਰੇ ਜਵਾਕ ਉਹਦੇ ਢਿੱਡ ਦੇ ਅੰਦਰ ਜਿੰਦੇ ਨੇ। ਉਹਨੇ ਇੱਕ ਪਲਾਨ ਸੋਚਿਆ ਅਤੇ ਆਪਣੇ ਜਵਾਕ ਨੂੰ ਕਿਹਾ, ਘਰੋਂ ਮੇਰੇ ਲਈ ਇੱਕ ਸੂਈ ਧਾਗਾ ਅਤੇ ਕੈਂਚੀ ਲੈ ਕੇ ਆ ਛੇਤੀ। ਲਿਟਲ ਗੋਟ ਘਰ ਜਾਣ ਲੱਗਿਆ ਤਾਂ ਮਦਰ ਗੋਟ ਨੇ 6 ਵੱਡੇ ਪੱਥਰ ਇਕੱਠੇ ਕੀਤੇ। ਥੋੜੀ ਦੇਰ ਵਿੱਚ ਲਿਟਲ ਗੋਟ ਸੂਈ ਧਾਗਾ ਅਤੇ ਕੈਂਚੀ ਲੈ ਕੇ ਪਹੁੰਚਿਆ। ਜਿਵੇਂ ਮਦਰ ਗੋਟ ਨੇ ਭੇੜੀਏ ਦਾ ਢਿੱਡ ਕੱਟਿਆ, ਉਹਨੂੰ ਉੱਤੇ ਹੀ ਆਪਣਾ ਇੱਕ ਜਵਾਕ ਦਿਸਿਆ ਅਤੇ ਬਾਕੀ ਵੀ ਇੱਕ ਤੋਂ ਬਾਅਦ ਇੱਕ ਦਿਸੇ। ਸਾਰੇ ਸਲਾਮਤ ਸੀ। ਮਦਰ ਗੋਟ ਬੜੀ ਖੁਸ਼ ਹੋਈ। ਸਾਰੇ ਜਵਾਕਾਂ ਨੇ ਮਦਰ ਗੋਟ ਨੂੰ ਹੱਗ ਕੀਤਾ। ਮੰਮੀ we love you। ਸਾਰੇ ਬਹੁਤ ਖੁਸ਼ ਸੀ। ਮੇਰੇ ਜਵਾਕੋ, ਤੁਸੀਂ ਸਾਰੇ ਠੀਕ ਹੋ ਨਾ? ਮਦਰ ਗੋਟ ਨੇ ਭੇੜੀਏ ਦੇ ਅੰਦਰ ਸਾਰੇ ਪੱਥਰ ਭਰ ਦਿੱਤੇ। ਫਿਰ ਉਹਨੇ ਉਹਦੇ ਢਿੱਡ ਨੂੰ ਸੂਈ ਧਾਗੇ ਨਾਲ ਸੀ ਦਿੱਤਾ। ਭੇੜੀਆ ਇੰਨੀ ਡੂੰਗੀ ਨੀਂਦ ਵਿੱਚ ਸੀ ਕਿ ਉਹਨੂੰ ਕੁਝ ਪਤਾ ਹੀ ਨਹੀਂ ਲੱਗਿਆ। ਭੇੜੀਆ ਜਦੋਂ ਜਾਗਿਆ, ਖੜਾ ਹੋਇਆ, ਉਹਦਾ ਢਿੱਡ ਦਰਦ ਕਰ ਰਿਹਾ ਸੀ। ਉਹਨੂੰ ਲੱਗਿਆ ਕਈ ਸਾਰੇ ਲਿਟਲ ਗੋਟਸ ਦੀ ਵਜ੍ਹਾ ਨਾਲ ਦਰਦ ਹੋ ਰਿਹਾ ਹੈ। ਉਹਨੂੰ ਬਹੁਤ ਪਿਆਸ ਲੱਗੀ। ਉਹ ਨਦੀ ਵੱਲ ਗਿਆ ਪਾਣੀ ਪੀਣ। ਤੁਰਦੇ ਵੇਲੇ ਢਿੱਡ ਵਿੱਚ ਪੱਥਰ ਇੱਕ ਦੂਜੇ ਨਾਲ ਟਕਰਾਣ ਲੱਗੇ। ਢਿੱਡ ਇੰਨਾ ਭਾਰੀ ਤੇ ਭਰਿਆ ਹੋਇਆ ਲੱਗ ਰਿਹਾ ਹੈ, ਜਿਵੇਂ ਮੈਂ ਪੱਥਰ ਹੀ ਖਾਦੇ ਹੋਣ। ਉਹ ਪਾਣੀ ਪੀਣ ਵਾਸਤੇ ਝੁਕਿਆ। ਪੱਥਰਾਂ ਦੇ ਬੋਝ ਕਰਕੇ ਉਹ ਨਦੀ ਵਿੱਚ ਡਿੱਗ ਪਿਆ। ਬਚਾਓ, ਬਚਾਓ, ਮੈਂ ਡੁੱਬ ਰਿਹਾ, ਕੋਈ ਮੈਨੂੰ ਬਚਾਓ, ਬਚਾਓ, ਮੈਂ ਡੁੱਬ ਰਿਹਾ। ਉਹ ਬਹੁਤ ਚਿল্ਲਾਇਆ ਪਰ ਕੋਈ ਨਹੀਂ ਆਇਆ। ਬਚਾਓ, ਬਚਾਓ। ਪੱਥਰਾਂ ਦਾ ਵਜ਼ਨ ਉਹਨੂੰ ਪਾਣੀ ਵਿੱਚ ਡੂੰਘੇ ਲੈ ਗਿਆ। ਮਦਰ ਗੋਟ ਅਤੇ ਲਿਟਲ ਗੋਟਸ ਨੇ ਜਦੋਂ ਇਹ ਵੇਖਿਆ ਤਾਂ ਉਹ ਨਦੀ ਵੱਲ ਗਏ। ਸਾਰੇ ਮਿਲ ਕੇ ਚੁੰਮਣ ਲੱਗੇ। ਉਸ ਦਿਨ ਤੋਂ ਬਾਅਦ ਮਦਰ ਗੋਟ ਤੇ ਉਹਨਾਂ ਦੇ 7 ਜਵਾਕ
ਘਰ ਵਿੱਚ ਮौज ਮਸਤੀ ਨਾਲ ਰਹੇ। ਇੱਕ ਨਵੇਂ ਸਾਲ ਪੂਰਬ ਦੀ ਸ਼ਾਮ ਤੇ ਲੋਕੀ ਇੱਧਰ-ਉੱਧਰ ਘੁੰਮ ਕੇ ਨਵਾਂ ਸਾਲ ਮਨਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਡਰਾਵਨੇ, ਬੁੱਢੇ, ਅਜੀਬ ਵਿਖਣ ਵਾਲੇ ਮਿਸਟਰ ਸਕਰੂਜ ਆਪਣੇ ਆਫਿਸ ਦੀ ਬਾਰੀ ਤੋਂ ਬਾਹਰ ਵੇਖ ਰਹੇ ਸੀ। ਕੀ ਬਕਵਾਸ ਹੈ, ਇੰਨੀ ਠੰਡ ਵਿੱਚ ਲੋਕ ਘੁੰਮ ਰਹੇ ਨੇ। ਮੈਨੂੰ ਨਵੇਂ ਸਾਲ ਤੋਂ ਨਫ਼ਰਤ ਹੈ। ਮਿਸਟਰ ਸਕਰੂਜ ਆਪਣੀ ਮੇਜ਼ ਤੇ ਬਹਿ ਕੇ ਉਹਨਾਂ ਸਾਰੇ ਲੋਕਾਂ ਦੀ ਲਿਸਟ ਚੈੱਕ ਕਰ ਰਹੇ ਸੀ ਜਿਨ੍ਹਾਂ ਤੋਂ ਉਹਨਾਂ ਨੂੰ ਪੈਸੇ ਮਿਲਦੇ ਸੀ। ਝੱਕਦੇ ਹੋਏ ਉਹਨਾਂ ਦਾ ਸਹਾਇਕ ਉੱਥੇ ਆਇਆ ਤੇ ਉਹਨਾਂ ਨੂੰ ਪੁੱਛਿਆ, ਕੀ ਇਹ ਹੋ ਸਕਦਾ ਹੈ ਕਿ ਮੈਂ ਅੱਜ ਛੇਤੀ ਚਲਾ ਜਾਵਾਂ? ਤੁਹਾਨੂੰ ਤਾਂ ਪਤਾ ਹੀ ਕਿ ਨਵਾਂ ਸਾਲ ਆ ਰਿਹਾ ਹੈ ਤੇ ਮੈਂ ਆਪਣੇ ਪੁੱਤਰ ਵਾਸਤੇ ਤੋਹਫਾ ਲੈਣਾ ਹੈ। ਬਿਲਕੁਲ ਨਹੀਂ ਜਾ ਸਕਦੇ। ਉਪਹਾਰ ਲੈਣਾ ਹੈ। ਜਾਓ ਜਾ ਕੇ ਕੰਮ ਕਰੋ। ਤੇ ਅੱਜ ਆਖਰੀ ਦਿਨ ਹੈ ਕਿਉਂ? ਤੁਹਾਨੂੰ ਪਹਿਲੇ ਖਰੀਦ ਲੈਣਾ ਚਾਹੀਦਾ ਸੀ। ਬੜੀ ਉਦਾਸੀ ਦੇ ਨਾਲ ਉਹਨਾਂ ਦਾ ਸਹਾਇਕ ਕੰਮ ਤੇ ਵਾਪਸ ਆ ਗਿਆ। ਉਸੇ ਪਲ ਦਰਵਾਜ਼ਾ ਖੜਕਿਆ। ਉਹਨਾਂ ਦੀ ਤਰ੍ਹਾਂ ਅਜੀਬ ਵਿਖਣ ਵਾਲਾ ਕੁੱਤਾ ਦਰਵਾਜ਼ੇ ਤੇ ਭੌਂਕ ਰਿਹਾ ਸੀ। ਮਿਸਟਰ ਸਕਰੂਜ ਦੇ ਸਹਾਇਕ ਨੇ ਦਰਵਾਜ਼ਾ ਖੋਲ੍ਹਿਆ। ਉਹਨਾਂ ਦੇ ਜਵਾਨ ਭਤੀਜੇ ਉਹਨਾਂ ਨੂੰ ਮਿਲਣ ਆਏ ਸੀ। ਉਹਨਾਂ ਨੇ ਉਹਨਾਂ ਨੂੰ ਨਵੇਂ ਸਾਲ ਦੇ ਡਿਨਰ ਦੇ ਲਈ ਬੁਲਾਵਾ ਦਿੱਤਾ, ਪਰ ਮਿਸਟਰ ਸਕਰੂਜ ਨੂੰ ਨਵਾਂ ਸਾਲ ਮਨਾਉਣਾ ਪਸੰਦ ਨਹੀਂ ਸੀ ਅਤੇ ਉਹਨਾਂ ਨੂੰ ਇਹ ਸਭ ਬਕਵਾਸ ਲੱਗਦਾ ਸੀ। ਇਸ ਲਈ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਉਹਨਾਂ ਨੇ ਮਨਾ ਕਰ ਦਿੱਤਾ। ਉਹਨਾਂ ਦੇ ਭਤੀਜੇ ਦੇ ਚਲੇ ਜਾਣ ਦੇ ਬਾਅਦ ਉਹਨਾਂ ਦਾ ਦਰਵਾਜ਼ਾ ਫਿਰ ਤੋਂ ਖੜਕਿਆ। ਓਹ, ਹੁਣ ਕੀ ਹੈ? ਮੈਨੂੰ ਕੱਲਾ ਛੱਡ ਦੇ, ਮੈਨੂੰ ਕੰਮ ਕਰਨਾ ਹੈ। ਇਸ ਵਾਰ 2 ਲੋਕ ਅੰਦਰ ਆਏ ਤੇ ਉਹਨਾਂ ਨੇ ਪੁੱਛਿਆ ਕਿ ਕੀ ਉਹ ਅਨਾਥਾਂ ਨੂੰ ਕੁਝ ਪੈਸੇ ਦਾਨ ਕਰ ਸਕਦੇ ਨੇ। ਮਿਸਟਰ ਸਕਰੂਜ ਨੇ ਉਹਨਾਂ ਨੂੰ ਪੈਸੇ ਦੇਣ ਤੋਂ ਮਨਾ ਕਰ ਦਿੱਤਾ। ਜਾਓ ਇੱਥੋਂ, ਜਾਓ, ਦੂਜੇ ਦਰਵਾਜ਼ੇ ਤੇ ਜਾਓ। ਮੇਰੇ ਕੋਲ ਸੜਕਾਂ ਤੇ ਸੁੱਟਣ ਦੇ ਲਈ ਪੈਸੇ ਨਹੀਂ ਨੇ। ਨਿਰਾਸ਼ ਹੋ ਕੇ ਉਹ ਲੋਕੀ ਵੀ ਚਲੇ ਗਏ। ਸ਼ਾਮ ਨੂੰ ਮਿਸਟਰ ਸਕਰੂਜ ਘਰ ਚਲੇ ਗਏ। ਉਹਨਾਂ ਨੇ ਪਜਾਮਾ ਪਾਇਆ ਤੇ ਸੋਫੇ ਤੇ ਬਹਿ ਗਏ ਤੇ ਉਸੇ ਪਲ ਕੁਝ ਅਜੀਬ ਜਿਹੀਆਂ ਚੀਜ਼ਾਂ ਹੋਣ ਲੱਗੀਆਂ। ਬੂਹੇ ਬਾਰੀਆਂ ਆਪਣੇ ਆਪ ਖੁੱਲਣ ਬੰਦ ਹੋਣ ਲੱਗੇ। ਦਰਵਾਜ਼ੇ ਤੋਂ ਡਰਾਵਨੀ ਆਵਾਜ਼ਾਂ ਆਉਣ ਲੱਗੀਆਂ। ਚਾਰੋਂ ਪਾਸੇ ਅਜੀਬ ਆਵਾਜ਼ਾਂ ਘੁੰਮਣ ਲੱਗੀਆਂ। ਕੁੱਤੇ ਨੇ ਫਿਰ ਤੋਂ ਇੱਕ ਵਾਰ ਭੌਂਕਣਾ ਸ਼ੁਰੂ ਕਰ ਦਿੱਤਾ। ਮਿਸਟਰ ਸਕਰੂਜ ਨੇ ਪਹਿਲਾਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ, ਪਰ ਅਚਾਨਕ ਉਹਨਾਂ ਨੂੰ ਆਪਣੇ ਸਾਹਮਣੇ ਇੱਕ ਭੂਤ ਨਜ਼ਰ ਆਇਆ। ਮਿਸਟਰ ਸਕਰੂਜ ਆਪਣੀ ਪੂਰੀ ਜ਼ਿੰਦਗੀ ਵਿੱਚ ਕਦੇ ਇੰਨਾ ਨਹੀਂ ਡਰੇ ਸੀ। ਭੂਤ ਉਹਨਾਂ ਦਾ ਇੱਕ ਆਫਿਸ ਦਾ ਦੋਸਤ ਸੀ ਜਿਸ ਦੀ ਹੁਣੇ-ਹੁਣੇ ਮੌਤ ਹੋਈ ਸੀ। ਬੜੀ ਮੁਸ਼ਕਲ ਨਾਲ ਮਿਸਟਰ ਸਕਰੂਜ ਬੋਲੇ, ਤੂੰ? ਪਰ ਇਹ ਕਿਵੇਂ ਹੋ ਸਕਦਾ ਹੈ? ਤੂੰ ਤਾਂ ਮਰ ਚੁੱਕਿਆ ਹੈ। ਚਲ ਜਾ ਇੱਥੋਂ, ਚਲਾ ਜਾ ਇੱਥੋਂ। ਮੈਨੂੰ ਕੱਲਾ ਛੱਡ ਦੇ। ਮੈਂ ਕੁਝ ਨਹੀਂ ਕੀਤਾ। ਭੂਤ ਦੇ ਹੱਥ ਤੇ ਪੈਰ ਹੱਥਕੜੀ ਨਾਲ ਬੰਨੇ ਹੋਏ ਸੀ। ਉਹਨੇ ਮਿਸਟਰ ਸਕਰੂਜ ਨੂੰ ਦੱਸਿਆ ਕਿ ਉਸ ਦੇ ਸਵਾਰਥ ਤੇ ਲਾਲਚ ਦੀ ਵਜ੍ਹਾ ਨਾਲ ਉਹਨੂੰ ਦੰਡ ਮਿਲਿਆ ਤੇ ਉਹਨੂੰ ਹੱਥਕੜੀ ਸਮੇਤ ਹੀ ਪੂਰੀ ਦੁਨੀਆ ਵਿੱਚ ਘੁੰਮਣਾ ਹੈ। ਇਸ ਕਰਕੇ ਉਹਨੇ ਮਿਸਟਰ ਸਕਰੂਜ ਨੂੰ ਚੇਤਾਵਨੀ ਦਿੱਤੀ ਕਿ ਉਹ ਅਜਿਹੀ ਗਲਤੀ ਨਾ ਕਰੇ। ਤੂੰ ਜਾ ਅਤੇ ਮੈਨੂੰ ਨਸੀਹਤ ਨਾ ਦੇ। ਤੂੰ ਮਰ ਚੁੱਕਿਆ ਹੈ। ਆਪਣੀ ਸਜ਼ਾ ਭੁਗਤ। ਠੀਕ ਹੈ ਤਾਂ ਫੇਰ ਸਿਰਫ ਤੈਨੂੰ ਚੇਤਾਵਨੀ ਦੇਣੀ ਸੀ। ਹੁਣ 3 ਭੂਤ ਤੈਨੂੰ ਮਿਲਣ ਆਉਣਗੇ। ਉਹਨਾਂ ਵਿੱਚੋਂ ਇੱਕ ਤੇਰਾ ਤੈਨੂੰ ਅਤੀਤ ਵਿਖਾਵੇਗਾ, ਦੂਜਾ ਵਰਤਮਾਨ ਅਤੇ ਆਖਰੀ ਭੂਤ ਤੈਨੂੰ ਤੇਰਾ ਭਵਿੱਖ ਦਾ ਜੀਵਨ ਵਿਖਾਵੇਗਾ। ਮਿਸਟਰ ਸਕਰੂਜ ਨੇ ਇੰਝ ਜਤਾਇਆ ਜਿਵੇਂ ਕੁਝ ਵੀ ਨਾ ਹੋਇਆ ਹੋਵੇ ਤੇ ਉਹ ਬਿਸਤਰ ਤੇ ਸੌਣ ਦੇ ਲਈ ਚਲੇ ਗਏ। ਤਦੇ ਹੀ ਉਹਨਾਂ ਨੂੰ ਇੱਕ ਰੌਸ਼ਨੀ ਨਜ਼ਰ ਆਈ। ਜਿਵੇਂ ਮਿਸਟਰ ਸਕਰੂਜ ਨੇ ਅੱਖਾਂ ਖੋਲ੍ਹੀਆਂ, ਉਹਨਾਂ ਨੂੰ ਇੱਕ ਬੱਚੇ ਦਾ ਭੂਤ ਨਜ਼ਰ ਆਇਆ। ਇਹ ਪਿਛਲੇ ਸਾਲਾਂ ਦੇ ਨਵੇਂ ਸਾਲ ਦਾ ਭੂਤ ਸੀ। ਮਿਸਟਰ ਸਕਰੂਜ ਹੈਰਾਨ ਹੋ ਗਏ। ਹਾਏ, ਹੁਣ ਅਸੀਂ ਅਤੀਤ ਦਾ ਨਿੱਕਾ ਜਿਹਾ ਸਫ਼ਰ ਕਰਾਂਗੇ। ਇਹ ਕੀ ਹੋ ਰਿਹਾ ਹੈ? ਕੋਈ ਮੇਰੀ ਮਦਦ ਕਰੋ। ਭੂਤ ਮਿਸਟਰ ਸਕਰੂਜ ਨੂੰ ਉਹਨਾਂ ਦੇ ਬਚਪਨ ਵਿੱਚ ਲੈ ਗਿਆ ਅਤੇ ਉੱਥੇ ਮਿਸਟਰ ਸਕਰੂਜ ਇੱਕ ਬੱਚੇ ਦੇ ਰੂਪ ਵਿੱਚ ਸੀ। ਸਕੂਲ ਵਿੱਚ ਆਪਣੇ ਦੋਸਤਾਂ ਦੇ ਨਾਲ ਕ੍ਰਿਸਮਸ ਟਰੀ ਸਜਾ ਰਹੇ ਸੀ। ਬੱਚਿਆਂ ਨੂੰ ਬਹੁਤ ਮਜ਼ਾ ਆ ਰਿਹਾ ਸੀ।
ਮਿਸਟਰ ਸਕਰੂਜ ਵੀ ਬਹੁਤ ਖੁਸ਼ ਸੀ। ਓਏ ਬਾਅਦ ਵਿੱਚ ਭੂਤ ਉਹਨਾਂ ਨੂੰ ਉਹਨਾਂ ਦੇ ਪਹਿਲੇ ਮਾਲਕ ਦੇ ਘਰ ਲੈ ਗਿਆ ਜਦੋਂ ਉਹ ਜਵਾਨ ਸੀ। ਸਾਰੇ ਆਪਣੇ ਮਾਲਕ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਬਹੁਤ ਚੰਗਾ ਸਮਾਂ ਗੁਜ਼ਾਰ ਰਹੇ ਸੀ। ਮਿਸਟਰ ਸਕਰੂਜ ਦੀ ਘਰਵਾਲੀ ਵੀ ਉੱਥੇ ਹੀ ਸੀ। ਉਹ ਇਕੱਠੇ ਨੱਚ ਰਹੇ ਸੀ, ਖੂਬ ਮਜ਼ੇ ਕਰ ਰਹੇ ਸੀ। ਤੇ ਆਖਰ ਵਿੱਚ ਭੂਤ ਉਹਨਾਂ ਨੂੰ ਇੱਕ ਹੋਰ ਨਵੇਂ ਸਾਲ ਦੀ ਪੂਰਵ ਸੰਧਿਆ ਤੇ ਲੈ ਗਿਆ ਜੋ ਅਤੀਤ ਵਿੱਚ ਸੀ, ਪਰ ਉਹਨਾਂ ਦਾ ਬਾਅਦ ਦਾ ਅਤੀਤ। ਉਹਨਾਂ ਦੀ ਘਰਵਾਲੀ ਰੋ ਰਹੀ ਸੀ। ਇਸ ਤੋਂ ਪਹਿਲਾਂ ਅਸੀਂ ਕਿੰਨੇ ਮਜ਼ੇ ਕਰਦੇ ਸੀ, ਤੁਸੀਂ ਮੇਰਾ ਕਿੰਨਾ ਖਿਆਲ ਰੱਖਦੇ ਸੀ, ਮੈਨੂੰ ਪਿਆਰ ਕਰਦੇ ਸੀ, ਪਰ ਹੁਣ ਤੁਹਾਨੂੰ ਸਿਰਫ ਪੈਸਿਆਂ ਨਾਲ ਪਿਆਰ ਹੈ। ਮੇਰੀ ਤੁਹਾਡੀ ਜ਼ਿੰਦਗੀ ਵਿੱਚ ਕੋਈ ਜਗ੍ਹਾ ਨਹੀਂ ਹੈ। ਇਹਨੂੰ ਹੋਰ ਜ਼ਿਆਦਾ ਨਾ ਵੇਖ ਸਕਣ ਕਰਕੇ ਮਿਸਟਰ ਸਕਰੂਜ ਨੇ ਭੂਤ ਨੂੰ ਵਾਪਸ ਲਿਜਾਣ ਦੇ ਲਈ ਕਿਹਾ। ਤੇ ਅਚਾਨਕ ਉਹ ਘਰ ਵਿੱਚ ਸੀ। ਇਸ ਵਾਰ ਇੱਕ ਵੱਡੇ ਹਰੇ ਰੰਗ ਦਾ ਭੂਤ ਉਹਨਾਂ ਦੇ ਸਾਹਮਣੇ ਪ੍ਰਗਟ ਹੋਇਆ। ਹੁਣ ਮਿਸਟਰ ਸਕਰੂਜ ਹੋਰ ਵੀ ਜ਼ਿਆਦਾ ਘਬਰਾ ਗਏ। ਇਹ ਇਸ ਨਵੇਂ ਸਾਲ ਦਾ ਭੂਤ ਸੀ। ਆਓ ਮੇਰੇ ਨਾਲ ਵੇਖਦੇ ਹਾਂ ਇਸ ਨਵੇਂ ਸਾਲ ਵਿੱਚ ਕੀ ਹੋ ਰਿਹਾ ਹੈ। ਇਸ ਤੋਂ ਪਹਿਲਾਂ ਕਿ ਉਹ ਕੁਝ ਕਹਿੰਦੇ, ਉਹਨਾਂ ਨੇ ਆਪਣੇ ਆਪ ਨੂੰ ਆਪਣੇ ਸਹਾਇਕ ਦੇ ਘਰ ਵਿੱਚ ਵੇਖਿਆ। ਉਹਨਾਂ ਦੇ ਗਰੀਬ ਸਹਾਇਕ ਦੇ ਘਰ ਵਿੱਚ ਇੱਕ ਬਹੁਤ ਹੀ ਸਧਾਰਨ ਡਿਨਰ ਟੇਬਲ ਸੀ। ਮਿਸਟਰ ਸਕਰੂਜ ਨੂੰ ਲੱਗਿਆ ਕਿ ਪਰਿਵਾਰ ਵਿੱਚ ਹਰ ਕੋਈ ਉਹਨਾਂ ਤੋਂ ਨਫ਼ਰਤ ਕਰਦਾ ਹੈ, ਪਰ ਉਹਨਾਂ ਨੇ ਵੇਖਿਆ ਕਿ ਅਜਿਹੀ ਕੋਈ ਗੱਲ ਨਹੀਂ ਹੈ। ਉਹਨਾਂ ਦਾ ਸਹਾਇਕ ਖੜਾ ਹੋਇਆ। ਮੈਨੂੰ ਕੰਮ ਕਰਨ ਦਾ ਮੌਕਾ ਦੇਣ ਅਤੇ ਸਮੇਂ ਤੇ ਤਨਖਾਹ ਦੇਣ ਦੇ ਲਈ ਮੈਂ ਮਿਸਟਰ ਸਕਰੂਜ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ। ਅੱਜ ਅਸੀਂ ਉਹਨਾਂ ਦੇ ਕਰਕੇ ਹੀ ਖਾਣਾ ਖਾ ਪਾ ਰਹੇ ਹਾਂ। ਭਾਵੇਂ ਮਿਸਟਰ ਸਕਰੂਜ ਆਪਣੇ ਸਹਾਇਕ ਦੇ ਲਈ ਹਰ ਮੌਕੇ ਤੇ ਬੁਰਾ ਵਿਹਾਰ ਕਰਦੇ ਸੀ, ਪਰ ਉਹ ਉਹਨਾਂ ਦਾ ਕਿੰਨਾ ਆਭਾਰੀ ਸੀ, ਇਹ ਵੇਖ ਕੇ ਉਹਨਾਂ ਨੂੰ ਹੈਰਾਨੀ ਹੋਈ। ਬਾਅਦ ਵਿੱਚ ਉਹਨਾਂ ਨੇ ਸਹਾਇਕ ਦੇ ਬਿਮਾਰ ਬੱਚੇ ਨੂੰ ਵੇਖਿਆ। ਬੱਚਾ ਟੇਬਲ ਦੇ ਉੱਪਰੀ ਕੋਨੇ ਤੇ ਆਪਣੀ ਵੀਲ ਚੇਅਰ ਤੇ ਬੈਠਾ ਹੋਇਆ ਸੀ। ਉਹ ਦੁਬਲਾ ਪਤਲਾ ਤੇ ਬਿਮਾਰ ਲੱਗ ਰਿਹਾ ਸੀ। ਮਿਸਟਰ ਸਕਰੂਜ ਨੂੰ ਬੱਚੇ ਦੇ ਲਈ ਬਹੁਤ ਦੁੱਖ ਹੋਇਆ। ਇਹ ਬੱਚਾ ਬਹੁਤ ਬਿਮਾਰ ਹੈ ਅਤੇ ਇਸ ਦੇ ਕੋਲ ਜ਼ਿਆਦਾ ਸਮਾਂ ਨਹੀਂ ਬਚਿਆ। ਇਹ ਸੁਣਨ ਤੋਂ ਬਾਅਦ ਮਿਸਟਰ ਸਕਰੂਜ ਦੀ ਉਦਾਸੀ ਹੋਰ ਵੱਧ ਗਈ। ਇਸ ਦੇ ਬਾਅਦ ਭੂਤ ਉਹਨਾਂ ਨੂੰ ਉਹਨਾਂ ਦੇ ਭਤੀਜੇ ਦੇ ਘਰ ਲੈ ਗਿਆ। ਉਹਦਾ ਪਰਿਵਾਰ ਖਾਣਾ ਖਾਂਦੇ ਟਾਈਮ ਬਹੁਤ ਮਜ਼ੇ ਕਰ ਰਿਹਾ ਸੀ। ਉੱਥੇ ਇੱਕ ਖਾਲੀ ਸੀਟ ਵੀ ਸੀ ਜੋ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ। ਕਾਸ਼ ਅੱਜ ਅੰਕਲ ਵੀ ਸਾਡੇ ਨਾਲ ਹੁੰਦੇ। ਮਿਸਟਰ ਸਕਰੂਜ ਨੂੰ ਇਸ ਗੱਲ ਦੀ ਜ਼ਰਾ ਵੀ ਉਮੀਦ ਨਹੀਂ ਸੀ। ਉਹ ਤਾਂ ਹਮੇਸ਼ਾ ਇਹੀ ਸੋਚਦੇ ਸੀ ਕਿ ਉਹਨਾਂ ਦਾ ਪਰਿਵਾਰ ਉਹਨਾਂ ਤੋਂ ਨਫ਼ਰਤ ਕਰਦਾ ਹੈ। ਉਸੇ ਵੇਲੇ ਭੂਤ ਨੇ ਉਹਨਾਂ ਨੂੰ ਦੱਸਿਆ ਕਿ ਹੁਣ ਉਹਨਾਂ ਦਾ ਮਰਨ ਦਾ ਸਮਾਂ ਆ ਗਿਆ ਤੇ ਉਸਨੇ ਜੈਕਟ ਦੇ ਅੰਦਰ ਤੇ 2 ਬੱਚੇ ਵਿਖਾਏ, ਇੱਕ ਮੁੰਡਾ ਤੇ ਇੱਕ ਕੁੜੀ। ਪਰ ਉਹਨਾਂ ਦੇ ਦੁਬਲੇ ਪਤਲੇ ਸਰੀਰ ਤੇ ਡਰਾਵਨੇ ਚਿਹਰਿਆਂ ਦੇ ਨਾਲ ਉਹ ਬੱਚਿਆਂ ਦੀ ਬਜਾਏ 2 ਪੁਰਾਣੇ ਕੰਕਾਲਾਂ ਵਾਂਗ ਨਜ਼ਰ ਆ ਰਹੇ ਸੀ। ਇਹਨਾਂ ਬੱਚਿਆਂ ਨੂੰ ਧਿਆਨ ਨਾਲ ਵੇਖੋ। ਇਹ ਲਾਲਚੀ ਅਤੇ ਮਾੜੇ ਲੋਕਾਂ ਦੇ ਆਗੂ ਹਨ। ਇਹ ਤੁਹਾਡੇ ਮਰਨ ਦਾ ਵੇਲਾ ਹੈ। ਤੁਸੀਂ ਮੁੰਡੇ ਤੇ ਖਾਸ ਧਿਆਨ ਦਿਓ। ਵੱਡਾ ਹਰਾ ਭੂਤ ਵੀ ਗਾਇਬ ਹੋ ਗਿਆ। ਮਿਸਟਰ ਸਕਰੂਜ ਨੂੰ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਭੂਤ ਉਹਨਾਂ ਨੂੰ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਅਚਾਨਕ ਉਹ ਘੜੀ ਦੀ ਆਵਾਜ਼ ਤੋਂ ਚੌਂਕ ਗਏ। ਇਹ ਅੱਧੀ ਰਾਤ ਦਾ ਸਮਾਂ ਸੀ। ਇਸ ਵਾਰ ਉਹਨਾਂ ਦੇ ਸਾਹਮਣੇ ਇੱਕ ਗਹਿਰਾ ਤੇ ਡਰਾਵਨਾ ਭੂਤ ਨਜ਼ਰ ਆਇਆ। ਇਹ ਉਹਨਾਂ ਦੇ ਭਵਿੱਖ ਦਾ ਭੂਤ ਸੀ। ਉਹ ਮਿਸਟਰ ਸਕਰੂਜ ਨੂੰ ਉਹਨਾਂ ਦੇ ਅੰਤਮ ਸੰਸਕਾਰ ਵਿੱਚ ਲੈ ਕੇ ਆਇਆ ਸੀ। ਲੋਕੀ ਕਬਰਿਸਤਾਨ ਤੇ ਉਹਨਾਂ ਦੀ ਕਬਰ ਤੇ ਇਕੱਠੇ ਹੋਏ ਸੀ। ਮਿਸਟਰ ਸਕਰੂਜ ਚੌਂਕ ਗਏ ਜਦ ਉਹਨਾਂ ਨੇ ਆਪਣਾ ਚਿਹਰਾ ਕਬਰ ਦੇ ਪੱਥਰਾਂ ਵਿੱਚ ਵੇਖਿਆ। ਉਹਨਾਂ ਨੇ ਵੇਖਿਆ ਕਿ ਲੋਕੀ ਉਹਨਾਂ ਦੀਆਂ ਗੱਲਾਂ ਕਰ ਰਹੇ ਸੀ ਤੇ ਉਹਨਾਂ ਨੂੰ ਕਿਵੇਂ ਚੈਨ ਮਿਲਿਆ ਸੀ ਕਿ ਆਖਰਕਾਰ ਉਹ ਚਲੇ ਗਏ। ਉਸ ਪਲ ਮਿਸਟਰ ਸਕਰੂਜ ਨੇ ਮਹਿਸੂਸ ਕੀਤਾ ਕਿ ਸਾਲਾਂ ਤੋਂ ਉਹ ਇੱਕ ਹੋਰ ਵੀ ਬਦਤਰ ਇਨਸਾਨ ਬਣ ਗਏ ਸੀ ਤੇ ਉਹਨਾਂ ਨੂੰ ਕੋਈ ਵੀ ਪਸੰਦ ਨਹੀਂ ਕਰਦਾ ਸੀ। ਜਿਨ੍ਹਾਂ ਤੋਂ ਉਹਨਾਂ ਨੇ ਪੈਸੇ ਲੈਣੇ ਸੀ ਉਹ ਉਹਨਾਂ ਦੀ ਮੌਤ ਤੋਂ ਕਿੰਨੇ ਖੁਸ਼ ਸੀ। ਫਿਰ ਉਹਨਾਂ ਦੇ ਸਹਾਇਕ ਦੇ ਬੇਟੇ ਦੀ ਕਬਰ ਨੂੰ ਵੇਖਿਆ। ਉਹਨਾਂ ਦੇ ਉਲਟ ਬੇਟੇ ਦੀ ਕਬਰ ਫੁੱਲਾਂ ਨਾਲ ਸਜੀ ਹੋਈ ਸੀ। ਉਹ ਹੁਣ ਹੋਰ ਨਹੀਂ ਵੇਖ ਪਾ ਰਹੇ ਸੀ, ਸੋ ਉਹਨਾਂ ਨੇ ਭੂਤ ਨੂੰ ਵਾਪਸ ਲਿਜਾਣ ਦੇ ਲਈ ਕਿਹਾ। ਮਿਹਰਬਾਨੀ ਕਰਕੇ ਮੈਨੂੰ ਵਾਪਸ ਲੈ ਚਲੋ। ਹੁਣ ਮੈਂ ਸਮਝ ਗਿਆ। ਮੈਂ ਆਪਣੇ ਜੀਣ ਦਾ ਤਰੀਕਾ ਬਦਲ ਲਵਾਂਗਾ। ਮੈਂ ਉਹ ਸਖਤ ਬੋੜਾ ਅਜੀਬ ਆਦਮੀ ਨਹੀਂ ਲਵਾਂਗਾ। ਦਿਲ ਨਾਲ ਵਾਅਦਾ ਕਰਦਾ ਹਾਂ।
ਅਚਾਨਕ ਉਹ ਘਰ ਵਿੱਚ ਸੀ। ਖੁਸ਼ਕਿਸਮਤੀ ਨਾਲ ਹਾਲੇ 12 ਨਹੀਂ ਵੱਜੇ ਸੀ। ਉਹਨਾਂ ਦੇ ਕੁੱਤੇ ਨੇ ਭੌਂਕਣਾ ਸ਼ੁਰੂ ਕੀਤਾ। ਮਿਸਟਰ ਸਕਰੂਜ ਨੇ ਵੇਖਿਆ ਕਿ ਹਾਲੇ ਵੀ ਉਹੀ ਦਿਨ ਸੀ। ਹਾਲੇ ਵੀ ਕੁਝ ਚੀਜ਼ਾਂ ਬਦਲਣ ਦਾ ਸਮਾਂ ਉਹਨਾਂ ਦੇ ਕੋਲ ਸੀ। ਬੜੀ ਖੁਸ਼ੀ ਨਾਲ ਉਹ ਸੜਕ ਤੇ ਛਾਲਾਂ ਮਾਰਦੇ ਹੋਏ ਗਏ। ਸਭ ਤੋਂ ਪਹਿਲਾਂ ਉਹ ਕਸਾਈ ਦੇ ਕੋਲ ਗਏ। ਉਹਨਾਂ ਨੇ ਇੱਕ ਵੱਡੀ ਜਿਹੀ ਟਰਕੀ ਖਰੀਦੀ ਤੇ ਉਹਨੂੰ ਆਪਣੇ ਸਹਾਇਕ ਦੇ ਘਰ ਲਿਜਾਣ ਲਈ ਕਿਹਾ। ਫਿਰ ਉਹਨਾਂ ਨੇ ਇੱਕ ਖਿਡੌਣਾ ਖਰੀਦਿਆ ਤੇ ਉਹਨੂੰ ਆਪਣੇ ਸਹਾਇਕ ਦੇ ਘਰ ਲਿਜਾਣ ਲਈ ਕਿਹਾ। ਫਿਰ ਭੱਜ ਕੇ ਉਹ ਆਪਣੇ ਭਰਾ ਦੇ ਘਰ ਪਹੁੰਚੇ। ਉੱਥੇ ਰਾਤ ਦੇ ਖਾਣੇ ਵਿੱਚ ਸ਼ਾਮਲ ਹੋ ਗਏ, ਜਿਸ ਦੇ ਲਈ ਭਤੀਜੇ ਨੇ ਉਹਨਾਂ ਨੂੰ ਸੱਦਾ ਦਿੱਤਾ ਸੀ। ਉਸ ਰਾਤ ਸਾਰਿਆਂ ਨੇ ਮਿਲ ਕੇ ਨਵੇਂ ਸਾਲ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਆਪਣੇ ਸਹਾਇਕ ਦੇ ਬੇਟੇ ਦਾ ਜ਼ਰੂਰੀ ਇਲਾਜ ਕਰਾਉਣ ਦਾ ਫੈਸਲਾ ਕੀਤਾ। ਉਹਨਾਂ ਦੇ ਨਾਲ ਉਹਨਾਂ ਨੇ ਆਪਣੇ ਸੱਕੇ ਪੁੱਤਰ ਵਰਗਾ ਵਿਹਾਰ ਕੀਤਾ। ਉਹਨਾਂ ਨੇ ਗਰੀਬਾਂ ਦੀ ਮਦਦ ਕੀਤੀ। ਉਹ ਲੋਕਾਂ ਦੇ ਨਾਲ ਹੁਣ ਬਿਹਤਰ ਵਿਹਾਰ ਕਰ ਰਹੇ ਸੀ। ਸਭ ਦੇ ਨਾਲ ਪਿਆਰ ਨਾਲ ਪੇਸ਼ ਆਏ। ਹੁਣ ਉਹ ਸਵਾਰਥੀ, ਰੁੱਖੇ ਤੇ ਸਖਤ ਨਹੀਂ ਰਹੇ ਸੀ ਤੇ ਨਾ ਹੀ ਹੁਣ ਉਹ ਉਦਾਂ ਦੇ ਕਦੀ ਹੋਣ ਵਾਲੇ ਸੀ।